ਦੋਸਤੋ ਸਾਰੰਸ਼ ਦੇ ਇੱਕ ਹੋਰ ਵੀਡੀਓ ਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਫਲਸਤੀਨ ਇਜ਼ਰਾਈਲ ਟਕਰਾਅ ਬਾਰੇ। ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਪਰ ਕੀ ਅਸੀਂ ਇਸ ਨੂੰ ਇਸ ਸਭ ਕਾਸੇ ਦੀ ਪਿੱਠ ਭੂਮੀ ਜਾਂ ਉਹਨਾਂ ਘਟਨਾਵਾਂ ਦੇ ਇਤਿਹਾਸ ਜਾਣੇ ਬਿਨਾਂ ਇਸ ਮੌਜੂਦਾ ਘਟਨਾਕ੍ਰਮ ਨੂੰ ਸਮਝ ਸਕਦੇ ਹਾਂ? ਸੋਸ਼ਲ ਮੀਡੀਆ ਤੇ ਬਹੁਤ ਸਾਰੀ ਕਮੈਂਟਰੀ ਸਾਨੂੰ ਮੌਜੂਦਾ ਹਾਲਾਤਾਂ ਨਾਲ ਰੂਬਰੂ ਕਰਵਾ ਰਹੀ ਹੈ, ਜੋ ਦੱਸਦੀ ਹੈ ਕਿ ਇਹਨਾਂ ਘਟਨਾਵਾਂ ਦਾ ਮੌਜੂਦਾ ਸੰਦਰਭ ਜਾਂ ਕਾਰਨ ਕੀ ਹਨ। ਪਰ ਘਟਨਾਵਾਂ ਦੇ ਅਸਲ ਕਾਰਨ ਜੋ ਕਿ ਦੋਵਾਂ ਦੇਸ਼ਾਂ ਦੇ ਇਤਿਹਾਸ ਵਿੱਚ ਬਹੁਤ ਪਿੱਛੇ ਤੇ ਖਾਸ ਕਰ ਪਿਛਲੇ 150 ਸਾਲ ਦੇ ਇਤਿਹਾਸ 'ਚ ਪਏ ਹੋਏ ਹਨ। ਕਿਉਂਕਿ ਤੁਸੀਂ ਸਾਰੇ ਬੇਹੱਦ ਸਿਆਣੇ ਲੋਕ ਹੋ, ਯੂ ਆਲ ਆਰ ਵਾਈਜ਼ ਪੀਪਲ, ਤੇ ਤੁਸੀਂ ਸਾਰੇ ਇਹ ਸਭ ਕੁਝ ਬਹੁਤ ਬਿਹਤਰ ਤਰੀਕੇ ਨਾਲ ਜਾਣਦੇ ਹੋ ਕਿ ਕਿਸ ਨੇ ਕਿਸ ਤੇ ਪਹਿਲਾਂ ਹਮਲਾ ਕੀਤਾ, ਪਹਿਲੀ ਗੋਲੀ ਕਿਸ ਨੇ ਚਲਾਈ, ਕਿੰਨੇ ਰਾਕਟ ਚਲਾਏ ਗਏ ਤੇ ਕਿੰਨੇ ਨੂੰ ਦੂਜੇ ਪਾਸੇ ਰੋਕਿਆ ਗਿਆ, ਇਜ਼ਰਾਈਲ ਦੇ ਆਇਰਨ ਡੋਮ ਨੇ ਕਿੰਨੇ ਰਾਕਟਾਂ ਦੇ ਹਮਲੇ ਤੋਂ ਲੋਕਾਂ ਨੂੰ ਬਚਾਇਆ। ਅਸੀਂ ਉਹਨਾਂ ਘਟਨਾਵਾਂ ਦੇ ਵਿਸਥਾਰ ਵਿੱਚ ਨਹੀਂ ਜਾਵਾਂਗੇ। ਅਸੀਂ ਆਪਣੇ ਆਪ ਨੂੰ ਸਿਰਫ ਤੇ ਸਿਰਫ ਦੋਵਾਂ ਮੁਲਕਾਂ ਵਿੱਚ ਵਿਚਾਲੇ ਇਸ ਯੁੱਧ ਦੇ ਇਤਿਹਾਸਕ ਕਾਰਨਾਂ ਤੱਕ ਹੀ ਸੀਮਿਤ ਰੱਖਾਂਗੇ। ਇਸ ਵੀਲਾਗ ਦਾ ਸਿਰਫ ਇਸ ਦੇ ਇਤਿਹਾਸ ਤੱਕ ਸੀਮਿਤ ਰੱਖਣ ਦਾ ਇੱਕ ਕਾਰਨ ਹੋਰ ਵੀ ਹੈ ਕਿ ਅਸੀਂ ਕਿੰਨੇ ਵੀ ਆਸ਼ਾਵਾਨ ਹੋ ਕੇ ਸੋਚੀਏ, ਪਰ ਮੌਜੂਦਾ ਹਾਲਾਤ ਸਾਨੂੰ ਇਹ ਦੱਸਦੇ ਹਨ ਕਿ ਇਹ ਇੱਕ ਅਜਿਹਾ ਮੁੱਦਾ ਹੈ ਜੋ ਕਿਤੇ ਨਹੀਂ ਜਾਣ ਵਾਲਾ। ਇਸ ਮੁੱਦੇ ਨੇ ਇੱਥੇ ਹੀ ਰਹਿਣਾ ਹੈ। ਅਸੀਂ ਬਾਰ-ਬਾਰ ਇਸ ਦਾ ਇੱਕ ਫਲੇਅਰ ਅਪ ਦੇਖਦੇ ਰਹਾਂਗੇ। ਭਵਿੱਖ 'ਚ ਐਸੇ ਬਹੁਤ ਸਾਰੇ ਮੌਕੇ ਆਉਣਗੇ ਜਦੋਂ ਅਸੀਂ ਇਹਨਾਂ ਘਟਨਾਵਾਂ ਨੂੰ ਉਹਨਾਂ ਦੇ ਮੌਜੂਦਾ ਸੰਦਰਭ ਅਤੇ ਜੀਓਪੋਲਿਟਿਕਸ ਦੇ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਅਸੀਂ ਇਸ ਦੇ ਇਤਿਹਾਸਕ ਕਾਰਨਾਂ 'ਚ ਜਾਣਨ ਅਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਜ਼ਰਾਈਲ ਅਤੇ ਫਲਸਤੀਨ 'ਚ ਜੋ ਕੁਝ ਵੀ ਵਾਪਰ ਰਿਹਾ ਹੈ, ਉਹਨਾਂ 'ਚ ਬਹੁਤ ਸਾਰੀਆਂ ਘਟਨਾਵਾਂ ਨੂੰ ਕਈ ਤਰੀਕੇ ਨਾਲ ਕਾਲਵੰਡ ਕਰਕੇ ਵੇਖਿਆ ਜਾ ਸਕਦਾ ਹੈ। ਪਰ ਇਸ ਦੀ ਕਾਲਵੰਡ ਦੋ ਤਰੀਕੇ ਤੋਂ ਬਹੁਤ ਸਪਸ਼ਟ ਹੈ। ਪਹਿਲਾ ਦੌਰ ਜੋ ਅਬਰਾਹਮ ਦੇ ਜਨਮ ਤੋਂ ਲੈ ਕੇ 18ਵੀਂ ਸਦੀ ਤੱਕ ਦਾ, ਤੇ ਉਸ ਤੋਂ ਬਾਅਦ ਅਗਲਾ ਅਹਿਮ ਦੌਰ ਪਿਛਲੇ 150 ਸਾਲ ਦਾ ਇਤਿਹਾਸ ਹੈ। ਇਸ ਪੀਰੀਅਡ ਦੀ ਅਸਾਵੀਂ ਵੰਡ ਦਾ ਕਾਰਨ ਇਹ ਵੀ ਹੈ ਕਿ ਪਿਛਲੇ 4000 ਸਾਲ ਦੇ ਇਤਿਹਾਸ 'ਚ ਸਾਡੇ ਕੋਲ ਇੱਕ ਮੁਹਾਵਰਾ ਤਾਂ ਹੈ, ਪਰ ਇਸ ਬਾਰੇ ਤੱਥ ਬਹੁਤ ਘੱਟ ਹਨ, ਜਦਕਿ ਪਿਛਲੇ 150 ਸਾਲ ਬਾਰੇ ਬਹੁਤ ਸਾਰੇ ਤੱਥ ਸਾਡੇ ਕੋਲ ਰਿਕਾਰਡ ਦੇ ਰੂਪ ਵਿੱਚ ਮੌਜੂਦ ਹਨ। ਇਤਿਹਾਸਕ ਤੌਰ ਤੇ ਯਹੂਦੀ ਧਰਮ ਗ੍ਰੰਥ ਅਬਰਾਹਮ ਦੇ ਆਗਮਨ, ਜੋ ਕਿ ਈਸਾਈ ਯੁੱਗ ਤੋਂ 2000 ਸਾਲ ਪਹਿਲਾਂ ਮਿਥਿਆ ਗਿਆ ਹੈ, ਦੇ ਨਾਲ ਇਜ਼ਰਾਈਲ ਵਿੱਚ ਆਪਣੀਆਂ ਜੜ੍ਹਾਂ ਦੀ ਨਿਸ਼ਾਨਦੇਹੀ ਕਰਦੇ ਹਨ। ਅਬਰਾਹਮ ਨੂੰ ਉਸਦੇ ਦੋ ਪੁੱਤਰਾਂ ਇਸਾਕ, ਜਿਸ ਤੋਂ ਯਹੂਦੀ ਧਰਮ ਦੀ ਸ਼ਾਖ ਨਿਕਲਦੀ ਹੈ, ਤੇ ਇਸ਼ਮਾਇਲ, ਜਿਸ ਦੇ ਕਾਰਨ ਇਸ ਨੂੰ ਇਸਲਾਮ ਦਾ ਪਿਤਾਮਾ ਵੀ ਮੰਨਿਆ ਜਾਂਦਾ ਹੈ। ਇਸੇ ਲਈ ਇਹਨਾਂ ਮਜ਼ਹਬਾਂ ਨੂੰ ਅਬਰਾਹਮਿਕ ਮਜ਼ਹਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਯਹੂਦੀ ਪਰੰਪਰਾ ਅਨੁਸਾਰ ਅਬਰਾਹਮ ਦੇ ਪੋਤੇ ਜੈਕਬ ਦਾ ਯਹੂਦੀ ਦੇਵਤਿਆਂ ਵੱਲੋਂ ਇਜ਼ਰਾਈਲ ਦੇ ਤੌਰ ਤੇ ਨਾਮਕਰਨ ਕੀਤਾ ਗਿਆ ਸੀ, ਜਿੱਥੋਂ ਇਸ ਮੁਲਕ ਦਾ ਨਾਮ ਨਿਕਲਦਾ ਹੈ। ਯਰੂਸ਼ਲਮ ਨੂੰ ਆਪਣਾ ਪਵਿੱਤਰ ਸਥਾਨ ਮੰਨਣ ਦਾ ਕਾਰਨ ਵੀ ਇਹਨਾਂ ਦੋਵਾਂ ਮਜ਼ਹਬਾਂ ਵਿਚਾਲੇ ਇਹ ਸਾਂਝੀ ਤੰਦ ਹੀ ਹੈ। ਹਾਲਾਂਕਿ ਯਰੂਸ਼ਲਮ ਨੇ ਪਿਛਲੇ 5000 ਸਾਲਾਂ ਦੇ ਵਿੱਚ ਕਈ ਸ਼ਾਸਕਾਂ ਨੂੰ ਆਉਂਦੇ ਜਾਂਦੇ ਦੇਖਿਆ ਹੈ, ਜਿਸ ਵਿੱਚ ਰੋਮਨ, ਯੂਨਾਨੀ, ਫਾਰਸੀ, ਅਰਬ, ਤੁਰਕ ਤੇ ਮਿਸਰੀ ਪ੍ਰਮੁੱਖ ਹਨ। ਯਹੂਦੀ ਮਜ਼ਹਬ ਦੇ ਆਗਮਨ ਤੋਂ ਲੈ ਕੇ ਅਗਲੇ 4000 ਸਾਲ ਤੱਕ ਯਹੂਦੀ ਮਜ਼ਹਬ ਦੇ ਲੋਕ ਸਾਰੀ ਦੁਨੀਆ 'ਚ ਫੈਲਦੇ ਹਨ, ਤੇ ਉਸ ਦੇ ਜਨਮ ਦੇ ਸਥਾਨ ਤੇ ਇਹਨਾਂ ਲੋਕਾਂ ਦੀ ਗਿਣਤੀ ਉੱਥੋਂ ਦੀ ਕੁੱਲ ਵਸੋਂ ਦਾ ਮਹਿਜ਼ 3% ਹੀ ਰਹਿ ਜਾਂਦੀ ਹੈ। ਯਹੂਦੀਆਂ ਦੇ ਦੁਨੀਆ 'ਚ ਫੈਲਣ ਦੇ ਨਾਲ ਨਾਲ ਇੱਕ ਹੋਰ ਚੀਜ਼ ਲਗਾਤਾਰ ਬਰਾਬਰ ਚੱਲਦੀ ਹੈ, ਉਹ ਹੈ ਉਹਨਾਂ ਨਾਲ ਕੀਤਾ ਜਾਂਦਾ ਬੇਗਾਨਾਪਨ, ਜਿਸ ਨੂੰ ਐਂਟੀਸੈਮਿਟਿਜ਼ਮ ਕਿਹਾ ਜਾਂਦਾ ਹੈ। ਇਸ ਦੇ ਬਹੁਤ ਸਾਰੇ ਕਾਰਨਾਂ 'ਚੋਂ ਇੱਕ ਪ੍ਰਮੁੱਖ ਕਾਰਨ ਯਹੂਦੀ ਕੌਮ ਦੀ ਆਪਣੀ ਵੱਖਰੀ ਹੋਂਦ ਤੇ ਕਾਰ ਵਿਹਾਰਾਂ ਨੂੰ ਬਰਕਰਾਰ ਰੱਖਣ ਦੀ ਦ੍ਰਿੜਤਾ ਵੀ ਹੈ। 16ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 20ਵੀਂ ਸਦੀ ਦੇ ਸ਼ੁਰੂ ਤੱਕ ਆਧੁਨਿਕ ਇਜ਼ਰਾਈਲ, ਜਿਸ ਨੂੰ ਫਲਸਤੀਨ ਕਹਿਣਾ ਜ਼ਿਆਦਾ ਵਾਜਿਬ ਹੈ, ਉੱਤੇ ਲਗਭਗ 400 ਸਾਲ ਆਟੋਮਨ ਸਾਮਰਾਜ ਦਾ ਕਬਜ਼ਾ ਰਹਿੰਦਾ ਹੈ। ਤੇ ਜਦੋਂ 1917 ਵਿੱਚ ਆਟੋਮਨ ਸਾਮਰਾਜ ਦਾ ਸ਼ਾਸਨ ਖਤਮ ਹੁੰਦਾ ਹੈ, ਤਾਂ ਖਾੜੀ ਦੇ ਖਿੱਤੇ ਦਾ ਰਾਜਨੀਤਿਕ ਦ੍ਰਿਸ਼ ਬਹੁਤ ਤੇਜ਼ੀ ਅਤੇ ਹੈਰਾਨੀਜਨਕ ਢੰਗ ਨਾਲ ਬਦਲਦਾ ਹੈ। ਫਰਾਂਸ ਅਤੇ ਬਰਤਾਨੀਆ, ਜੋ ਇਸ ਖਿੱਤੇ ਤੇ ਕਾਬਜ ਬਸਤੀਵਾਦੀ ਤਾਕਤਾਂ ਹਨ, ਇਸ ਖਿੱਤੇ ਨੂੰ ਮਨਮਰਜ਼ੀ ਨਾਲ ਲੀਕਾਂ ਵਾਹ ਕੇ ਵੰਡਦੀਆਂ ਹਨ, ਤੇ ਉਸ ਵਿੱਚੋਂ ਸੀਰੀਆ, ਇਰਾਕ, ਜਾਰਡਨ ਵਰਗੇ ਮੁਲਕ ਹੋਂਦ ਚਾਹੁੰਦੇ ਹਨ। 19ਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਮੌਜੂਦਾ ਇਜ਼ਰਾਈਲ ਆਟੋਮਨ ਸਾਮਰਾਜ ਦਾ ਹਿੱਸਾ ਸੀ, ਤਾਂ ਯਹੂਦੀਆਂ ਦੀ ਮੌਜੂਦਾ ਇਜ਼ਰਾਈਲ ਦੀ ਆਬਾਦੀ ਸਿਰਫ 3% ਹੀ ਸੀ। ਇਸ ਖਿੱਤੇ ਵਿੱਚ ਸੁੰਨੀ ਮੁਸਲਮਾਨ ਬਹੁ ਗਿਣਤੀ ਵਿੱਚ ਸਨ, ਜੋ 7ਵੀਂ ਸਦੀ ਦੇ ਜੇਤੂ ਅਰਬ ਹੱਲਿਆਂ ਤੋਂ ਬਾਅਦ ਉੱਥੇ ਵਸੇ ਹੋਏ ਸਨ, ਤੇ ਉੱਥੇ ਈਸਾਈ ਵੀ ਕਾਫੀ ਭਰਵੀਂ ਗਿਣਤੀ ਵਿੱਚ ਸਨ। ਇਹਨਾਂ ਤਿੰਨਾਂ ਧਰਮਾਂ ਦੇ ਲੋਕਾਂ ਨੂੰ ਵੱਖਰੇ ਮਜ਼ਹਬਾਂ ਦੇ ਬਾਵਜੂਦ ਫਲਸਤੀਨੀ ਹੀ ਕਿਹਾ ਜਾਂਦਾ ਸੀ। 19ਵੀਂ ਸਦੀ ਦੇ ਸ਼ੁਰੂ ਵਿੱਚ ਜੋ ਕਿ ਇਜ਼ਰਾਈਲ ਵਿੱਚ ਰਹਿਣ ਵਾਲੇ ਸਾਰੇ ਯਹੂਦੀ ਕਿਸਾਨ ਨਹੀਂ ਸਨ, ਸਗੋਂ ਵਪਾਰੀ ਅਤੇ ਧਾਰਮਿਕ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ। 19ਵੀਂ ਸਦੀ ਦੇ ਯੂਰਪ ਵਿੱਚ ਰਾਸ਼ਟਰਵਾਦ ਦਾ ਉਭਾਰ ਹੋਇਆ, ਤਾਂ ਯਹੂਦੀਆਂ ਵਿੱਚ ਵੀ ਇੱਕ ਰਾਜਨੀਤਿਕ ਚੇਤਨਾ ਜਾਗਦੀ ਹੈ ਕਿ ਉਹਨਾਂ ਦਾ ਆਪਣਾ ਇੱਕ ਵਤਨ ਹੋਣਾ ਚਾਹੀਦਾ ਹੈ।
ਇਸ ਦਾ ਇੱਕ ਪ੍ਰਮੁੱਖ ਕਾਰਨ ਵੱਖ-ਵੱਖ ਮੁਲਕਾਂ ਵੱਲੋਂ ਯਹੂਦੀਆਂ ਨਾਲ ਕੀਤਾ ਜਾਂਦਾ ਬੇਗਾਨਾਪਨ ਵੀ ਹੈ। ਇਸ ਦੌਰਾਨ 1880 ਵਿੱਚ ਯਹੂਦੀ ਪ੍ਰਵਾਸੀਆਂ ਦੀ ਪਹਿਲੀ ਲਹਿਰ ਫਲਸਤੀਨ ਜਾਂ ਮੌਜੂਦਾ ਇਜ਼ਰਾਈਲ ਵੱਲ ਆਈ। ਇਹਨਾਂ ਯਹੂਦੀ ਪ੍ਰਵਾਸੀਆਂ ਨੇ ਫਲਸਤੀਨੀਆਂ ਤੋਂ ਜ਼ਮੀਨ ਖਰੀਦ ਕੇ ਆਪਣੇ ਘਰ ਵਸਾਏ। ਇਸੇ ਸਮੇਂ ਦੌਰਾਨ ਯਹੂਦੀਆਂ 'ਚ ਇੱਕ ਸੰਗਠਨ ਐਸਾ ਵੀ ਹੈ ਜੋ ਜਿਓਨਿਜ਼ਮ ਦੇ ਝੰਡੇ ਥੱਲੇ ਫਲਸਤੀਨ ਵਿੱਚ ਇੱਕ ਵੱਖਰੇ ਹੋਮਲੈਂਡ ਦੀਆਂ ਜੜ੍ਹਾਂ ਲੱਭਦਾ ਹੈ, ਤੇ ਉਹਨਾਂ ਦੇ ਫਲਸਤੀਨ ਉੱਤੇ ਦਾਅਵੇ ਦੀ ਇੱਕ ਵਜ੍ਹਾ ਇਹ ਹੈ ਕਿ ਇਸ ਮਿੱਟੀ ਵਿੱਚ ਉਹਨਾਂ ਦੀ ਮਜ਼ਹਬ ਦੀ ਜਨਮ ਭੂਮੀ ਹੈ, ਜਿੱਥੋਂ ਉਹਨਾਂ ਨੂੰ ਦੂਜੀ ਸਦੀ ਵਿੱਚ ਰੋਮਨਜ਼ ਨੇ ਉਖਾੜ ਦਿੱਤਾ ਸੀ। ਇਸ ਦੇ ਨਾਲ ਹੀ 1896 ਦੇ ਆਸ-ਪਾਸ ਇਸ ਮੁਹਿੰਮ ਦਾ ਇੱਕ ਹੋਰ ਮਹੱਤਵਪੂਰਨ ਪੜਾਅ ਸ਼ੁਰੂ ਹੁੰਦਾ ਹੈ, ਜਿਸ ਵਿੱਚ ਪਹਿਲੀ ਵਾਰ ਇੱਕ ਯਹੂਦੀ ਰਾਜ ਦੇ ਵਿਚਾਰ ਨੂੰ ਇੱਕ ਪੈਂਫਲੇਟ ਦੇ ਰੂਪ ਵਿੱਚ ਲਿਖਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਦੋਂ ਤੱਕ ਇੱਕ ਵੱਖਰੇ ਯਹੂਦੀ ਰਾਜ ਮੰਗ ਦੇ ਸੰਗਠਨ, ਜਿਸ ਨੂੰ ਜ਼ੀਓਨਿਸਟ ਕਿਹਾ ਜਾਂਦਾ ਹੈ, ਵਿੱਚ ਵੀ ਇਸ ਬਾਰੇ ਕੋਈ ਸਹਿਮਤੀ ਨਹੀਂ ਹੈ ਕਿ ਨਵਾਂ ਯਹੂਦੀ ਰਾਜ ਕਿੱਥੇ ਬਣਾਇਆ ਜਾਣਾ ਚਾਹੀਦਾ ਹੈ, ਅਤੇ ਸੰਭਾਵਤ ਤੌਰ ਤੇ ਕੈਨੇਡਾ, ਦੱਖਣੀ ਅਮਰੀਕਾ, ਪੂਰਬੀ ਅਫਰੀਕਾ, ਜਿੱਥੇ ਹੁਣ ਯੂਗਾਂਡਾ ਤੇ ਕੀਨੀਆ ਦੇ ਮੁਲਕ ਵਸਦੇ ਹਨ, ਵਰਗੀਆਂ ਥਾਵਾਂ ਦਾ ਨਾਮ ਵੀ ਯਹੂਦੀ ਹੋਮਲੈਂਡ ਵਜੋਂ ਵਿਚਾਰਿਆ ਜਾ ਰਿਹਾ ਹੈ। ਇਸ ਜੀਓਨਿਸਟ ਲਹਿਰ ਵਿੱਚ ਦੋ ਸਮੂਹ ਸਨ। ਇੱਕ ਸਮੂਹ ਜੋ ਚਾਹੁੰਦਾ ਸੀ ਕਿ ਯਹੂਦੀਆਂ ਲਈ ਇੱਕ ਵੱਖਰਾ ਦੇਸ਼ ਕਿਤੇ ਵੀ ਬਣਾਇਆ ਜਾਣਾ ਚਾਹੀਦਾ ਹੈ, ਪਰ ਦੂਜਾ ਵਰਗ ਜੋ ਕਿ ਤਿੱਖੀ ਸੁਰ ਰੱਖਦਾ ਹੈ ਤੇ ਚਾਹੁੰਦਾ ਹੈ ਕਿ ਇਹ ਦੇਸ਼ ਸਿਰਫ ਤੇ ਸਿਰਫ ਫਲਸਤੀਨ ਵਿੱਚ ਹੀ ਬਣਾਇਆ ਜਾਵੇ। ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਘਟਨਾਕ੍ਰਮ 'ਚ ਇੱਕ ਹੋਰ ਮੋੜ ਉਦੋਂ ਆਉਂਦਾ ਹੈ ਜਦੋਂ 1917 ਵਿੱਚ ਬ੍ਰਿਟਿਸ਼ ਫੌਜਾਂ ਆਟੋਮਨ ਅੰਪਾਇਰ ਨੂੰ ਹਰਾ ਕੇ ਫਲਸਤੀਨ ਅਤੇ ਜੈਰੂਸ਼ਲਮ ਉੱਤੇ ਕਬਜ਼ਾ ਕਰਦੀਆਂ ਹਨ। ਇਸ ਦੇ ਨਾਲ ਹੀ ਬਸਤੀਵਾਦੀ ਬਰਤਾਨਵੀ ਹਕੂਮਤ ਯਹੂਦੀਆਂ ਨੂੰ ਇਹ ਸੰਕੇਤ ਦੇਣੇ ਸ਼ੁਰੂ ਕਰਦੀ ਹੈ ਕਿ ਉਹ ਯਹੂਦੀਆਂ ਨੂੰ ਆਪਣਾ ਕੌਮੀ ਹੋਮਲੈਂਡ ਦੇਣ ਬਾਰੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ। ਤਾਰੀਖਦਾਨਾਂ ਦੀ ਨਜ਼ਰ ਵਿੱਚ ਇਸ ਦਾ ਇੱਕ ਕਾਰਨ ਬਰਤਾਨਵੀ ਹਕੂਮਤ ਦੁਆਰਾ ਆਪਣੇ ਜੰਗੀ ਮਹਾਜ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਇਸ ਦੇ ਨਾਲ ਹੀ ਅਮਰੀਕਾ ਵਿੱਚ ਰਹਿੰਦੇ ਯਹੂਦੀ ਭਾਈਚਾਰੇ ਤੇ ਬਹੁਤ ਸਕਾਰਾਤਮਕ ਪ੍ਰਭਾਵ ਪਿਆ, ਜੋ ਕਿ ਅਮਰੀਕੀ ਹਮਾਇਤ ਲਈ ਬਹੁਤ ਲੋੜੀਂਦਾ ਸੀ, ਕਿਉਂਕਿ ਯਹੂਦੀ ਵਰਗ 'ਚ ਅਮਰੀਕਾ ਦੀ ਸੱਤਾ ਦੇ ਲੀਵਰ ਖਿੱਚਣ ਦੀ ਤਾਕਤ ਖੂਬ ਸੀ। ਪਰ ਗੱਲ ਇੱਥੇ ਤੱਕ ਹੀ ਸੀਮਿਤ ਨਹੀਂ ਸੀ, ਇਸ ਦੇ ਕੁਝ ਹੋਰ ਕਾਰਨ ਵੀ ਸਨ। ਉਹਨਾਂ ਪ੍ਰਮੁੱਖ ਕਾਰਨਾਂ ਵਿੱਚ 1880 ਤੋਂ ਲੈ ਕੇ 1920 ਤੱਕ ਦੇ 40 ਸਾਲ ਦੇ ਅਰਸੇ 'ਚ ਰੂਸ, ਜੋ ਕਿ ਉਸ ਵਕਤ ਜੰਗੀ ਹਾਲਾਤਾਂ 'ਚੋਂ ਗੁਜ਼ਰ ਰਿਹਾ ਸੀ, ਤੋਂ ਬਰਤਾਨੀਆ 'ਚ ਯਹੂਦੀਆਂ ਦੇ ਪ੍ਰਵਾਸ ਲਗਭਗ 5 ਗੁਣਾ ਵੱਧ ਗਈ ਸੀ, ਜੋ ਸਥਾਨਿਕ ਪੱਧਰ ਤੇ ਇੰਗਲੈਂਡ ਦੇ ਲੋਕਾਂ ਲਈ ਇੱਕ ਵੱਡੀ ਸਮੱਸਿਆ ਸੀ। ਤੇ ਉਸ ਤੋਂ ਇਲਾਵਾ ਬ੍ਰਿਟੇਨ ਦੇ ਰਣਨੀਤੀਕਾਰ ਜੀਓਪੋਲਿਟਿਕਸ ਅਤੇ ਭਵਿੱਖ ਦੀ ਊਰਜਾ ਲੋੜਾਂ ਬਾਰੇ ਚਿੰਤਤ ਸਨ। ਇਹ ਸੁਰੱਖਿਆ ਖਿੱਤੇ ਵਿੱਚ ਤੇਲ ਦੇ ਖੂਹਾਂ ਦੇ ਕਬਜ਼ੇ ਦੇ ਰੂਪ ਵਿੱਚ ਸੀ। ਬਰਤਾਨੀਆ ਦੇ ਰਣਨੀਤੀਕਾਰਾਂ ਦੀ ਸੋਚ ਇਹ ਸੀ ਕਿ ਹਾਈਫਾ ਬੰਦਰਗਾਹ ਇਰਾਕ ਤੋਂ ਤੇਲ ਦੇ ਟੈਂਕਰਾਂ ਤੱਕ ਪਹੁੰਚਣ ਲਈ ਇੱਕ ਮਹੱਤਵਪੂਰਨ ਕੜੀ ਸਾਬਤ ਹੋਵੇਗੀ। ਯਾਦ ਦਿਵਾਉਣ ਦੀ ਜ਼ਰੂਰਤ ਨਹੀਂ ਕਿ ਉਹ ਬੰਦਰਗਾਹ ਹੈ ਜੋ ਭਾਰਤ ਮਿਡਲ ਈਸਟ ਕੋਰੀਡੋਰ 'ਚ ਇੱਕ ਅਹਿਮ ਕੜੀ ਹੈ ਤੇ ਇਸ ਤੇ ਅਦਾਨੀ ਗਰੁੱਪ ਦਾ ਵੱਡਾ ਪੈਸਾ ਲੱਗਾ ਹੋਇਆ ਹੈ। ਇਹ ਮੈਂ ਸਬਬ ਨਹੀਂ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1920 ਤੋਂ 1940 ਦੇ ਦਰਮਿਆਨ ਇਸ ਬੰਦਰਗਾਹ ਰਾਹੀਂ ਇਰਾਕ ਦੇ ਤੇਲ ਦੇ ਖੂਹਾਂ ਤੋਂ ਲਗਭਗ 40 ਲੱਖ ਟਨ ਤੇਲ ਮੈਡੀਟਰੇਨੀਅਨ ਦੇ ਅੰਗਰੇਜ਼ੀ ਟੈਂਕਰਾਂ ਤੱਕ ਪਹੁੰਚਦਾ ਹੈ। ਇੱਕ ਗੱਲ ਹੋਰ ਵੀ ਗੌਰ ਫਰਮਾਉਣ ਯੋਗ ਹੈ ਕਿ ਇਜ਼ਰਾਈਲ ਵਿੱਚ ਵਸਣ ਵਾਲੇ ਸਭ ਤੋਂ ਪਹਿਲੇ ਯਹੂਦੀ ਗੁਆਂਢੀ ਅਰਬ ਦੇਸ਼ਾਂ ਤੋਂ ਆਏ ਸਨ। 1920 ਤੋਂ ਬਾਅਦ ਫਲਸਤੀਨ ਵਿੱਚ ਵਸਣ ਵਾਲੇ ਯਹੂਦੀ ਯੂਰਪ ਤੋਂ ਆਏ ਸਨ, ਜੋ ਕਿ ਰਾਜਨੀਤਿਕ ਅਤਿਆਚਾਰਾਂ ਕਾਰਨ ਇੱਕ ਯਹੂਦੀ ਕੌਮੀ ਵਤਨ ਬਾਰੇ ਬਹੁਤ ਸਖਤ ਅਤੇ ਖਰਵੇ ਵਿਚਾਰ ਰੱਖਦੇ। ਇਸ ਤੋਂ ਇਲਾਵਾ ਯੂਰਪ ਤੋਂ ਆਏ ਯਹੂਦੀਆਂ ਨੇ ਗੈਰ ਹਾਜ਼ਰ ਜ਼ਿਮੀਂਦਾਰ, ਮਤਲਬ ਐਬਸੈਂਟੀ ਲੈਂਡਲੌਰਡ ਜਾਂ ਮਾਲਕ, ਜੋ ਕਿ ਬੁਨਿਆਦੀ ਰੂਪ ਵਿੱਚ ਅਰਬ ਸਨ, ਤੋਂ ਖੇਤੀ ਲਈ ਜ਼ਮੀਨਾਂ ਖਰੀਦੀਆਂ, ਜਿਸ ਦਾ ਸਿੱਧਾ ਮਤਲਬ ਸੀ ਕਿ ਉਹਨਾਂ ਜ਼ਮੀਨਾਂ ਤੇ ਮੁਜ਼ਾਰਿਆਂ ਵਜੋਂ ਕੰਮ ਕਰਨ ਵਾਲੇ ਕਿਸਾਨ ਮਜ਼ਦੂਰ ਹੁਣ ਬੇਜ਼ਮੀਨੇ ਅਤੇ ਬੇਰੁਜ਼ਗਾਰ ਹੋ ਗਏ। ਇਸ ਦੇ ਨਾਲ ਹੀ ਇੱਕ ਹੋਰ ਕਾਰਨ ਵੀ ਜੋੜ ਲਵੋ ਕਿ 1920 ਤੋਂ ਲੈ ਕੇ 1930 ਤੱਕ ਪਹਿਲੇ ਮੌਜੂਦਾ ਇਜ਼ਰਾਈਲ ਵਿੱਚ ਯਹੂਦੀਆਂ ਦੀ ਗਿਣਤੀ 8% ਤੋਂ ਵੱਧ ਕੇ ਲਗਭਗ 32% ਹੋ ਗਈ, ਮਤਲਬ ਕਿ 4 ਗੁਣਾ ਦਾ ਇਜ਼ਾਫਾ। ਇਹ ਸਾਰੀਆਂ ਗੱਲਾਂ ਜੋ ਕਿ ਮਜ਼ਹਬ, ਜ਼ੁਬਾਨ, ਸਥਾਨਿਕ ਵਰਸਸ ਪ੍ਰਵਾਸੀ ਲੋਕਾਂ ਦੀ ਲੜਾਈ ਤੇ ਆਰਥਿਕ ਖਹਿਬਾਜ਼ੀ ਦਾ ਨਤੀਜਾ, ਹਿੰਸਾ ਤੋਂ ਇਲਾਵਾ ਕੁਝ ਹੋਰ ਨਹੀਂ ਹੋ ਸਕਦਾ ਸੀ। ਹੁਣ ਇਹ ਦੋ ਧੜਿਆਂ ਵਿਚਕਾਰ ਆਪਾਧਾਪੀ ਅਤੇ ਆਪਣੀ ਸਰਵਉੱਚਤਾ ਦੀ ਲੜਾਈ ਸੀ। ਇੱਥੇ ਫਲਸਤੀਨੀ ਨਾ ਸਿਰਫ ਯਹੂਦੀਆਂ ਨਾਲ ਸਗੋਂ ਉਹਨਾਂ ਦੇ ਬ੍ਰਿਟਿਸ਼ ਹੁਕਮਰਾਨਾਂ ਨਾਲ ਵੀ ਲੜ ਰਹੇ ਸਨ। ਇਸੇ ਦੌਰਾਨ ਦੂਸਰਾ ਵਿਸ਼ਵ ਯੁੱਧ ਆ ਜਾਂਦਾ ਹੈ ਤੇ ਅੰਗਰੇਜ਼ਾਂ ਨੂੰ ਕਿਉਂਕਿ ਅਰਬ ਮੁਲਕਾਂ ਦੀ ਫੌਜੀ ਅਤੇ ਆਰਥਿਕ ਇਮਦਾਦ ਦੀ ਲੋੜ ਹੈ, ਉਹ ਆਪਣੀ ਨੀਤੀ ਵਿੱਚ ਇੱਕ ਯੂ ਟਰਨ ਲੈਂਦੇ ਹਨ। ਜਿੱਥੇ ਕੱਲ ਤੱਕ ਉਹ ਯਹੂਦੀਆਂ ਲਈ ਇੱਕ ਵੱਖਰਾ ਕੌਮੀ ਹੋਮਲੈਂਡ ਬਣਾਉਣ ਲਈ ਆਪਣਾ ਸਮਰਥਨ ਦੇ ਰਹੇ ਸਨ ਅਤੇ ਉਹਨਾਂ ਦੇ ਫਲਸਤੀਨ ਵੱਲ ਪ੍ਰਵਾਸ ਨੂੰ ਸੁਖਾਲਾ ਕਰ ਰਹੇ ਸਨ, ਹੁਣ ਉਹ ਫਲਸਤੀਨ ਵੱਲ ਕਿਸੇ ਵੀ ਤਰ੍ਹਾਂ ਦੇ ਪ੍ਰਵਾਸ ਤੇ ਮੁਕੰਮਲ ਪਾਬੰਦੀ ਲਾ ਦਿੰਦੇ ਹਨ। ਇਸ ਨੇ ਯਹੂਦੀਆਂ 'ਚ ਅੰਗਰੇਜ਼ਾਂ ਪ੍ਰਤੀ ਇੱਕ ਬੇਵਸਾਹੀ ਦਾ ਆਲਮ ਪੈਦਾ ਕੀਤਾ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਯਹੂਦੀਆਂ ਦੇ ਕਤਲੇਆਮ ਨੇ ਆਪਣੇ ਅੰਗਰੇਜ਼ ਹੁਕਮਰਾਨਾਂ ਪ੍ਰਤੀ
ਇਸ ਬੇਵਸਾਈ ਨੂੰ ਨਫ਼ਰਤ ਵਿੱਚ ਬਦਲ ਦਿੱਤਾ ਤੇ ਹੁਣ ਅੰਗਰੇਜ਼ਾਂ ਤੋਂ ਮੁਕਤੀ ਲਈ ਤਤਪਰ ਹੋ ਗਏ। ਇੱਕ ਬਦਲਦੀ ਹੋਈ ਜੀਓਪੋਲਿਟਿਕਸ ਤੇ ਆਰਥਿਕ ਤੌਰ ਤੇ ਸੰਕਟ ਨਾਲ ਜੂਝ ਰਿਹਾ ਬਰਤਾਨੀਆ 1947 ਵਿੱਚ ਫਲਸਤੀਨ ਨੂੰ ਛੱਡਣ ਦਾ ਫੈਸਲਾ ਕਰਦਾ ਹੈ ਤੇ ਦੂਜੇ ਸੰਸਾਰ ਯੁੱਧ ਵਿੱਚ ਨਾਜ਼ੀਆਂ ਵੱਲੋਂ ਸਤਾਏ ਗਏ ਯਹੂਦੀਆਂ ਦੀ ਫਲਸਤੀਨ ਵੱਲ ਕੂਚ ਨੇ ਫਲਸਤੀਨ ਵਿੱਚ ਯਹੂਦੀ ਆਬਾਦੀ ਨੂੰ ਇੱਕ ਸ਼ਕਤੀਸ਼ਾਲੀ ਧੁਰੀ ਵਜੋਂ ਸਥਾਪਿਤ ਕਰ ਦਿੰਦੀ ਹੈ। ਨਵੰਬਰ 1947 ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਫਲਸਤੀਨ ਨੂੰ ਇੱਕ ਯਹੂਦੀ ਅਤੇ ਅਰਬ ਮੁਲਕਾਂ ਵਿੱਚ ਵੰਡਣ ਦਾ ਮਤਾ ਪਾਸ ਕਰ ਦਿੰਦੀ ਹੈ, ਜਿਸ ਵਿੱਚ ਜੈਰੂਸ਼ਲਮ ਇੱਕ ਅੰਤਰਰਾਸ਼ਟਰੀ ਇੱਕ ਜੁਆਇੰਟ ਕੰਟਰੋਲਡ ਸਿਟੀ ਹੋਵੇਗਾ। ਯਹੂਦੀ ਇਸ ਸਥਿਤੀ ਨੂੰ ਅਣਮਨੇ ਢੰਗ ਨਾਲ ਸਵੀਕਾਰ ਕਰਦੇ ਹਨ, ਜਦਕਿ ਫਲਸਤੀਨੀ ਅਤੇ ਹੋਰ ਅਰਬ ਮੁਲਕ ਇਸ ਨੂੰ ਇਹ ਕਹਿ ਕੇ ਪੂਰੀ ਤਰ੍ਹਾਂ ਰੱਦ ਦਿੰਦੇ ਹਨ ਕਿ ਇਸ ਵਿੱਚ ਫਲਸਤੀਨੀਆਂ ਦੇ ਹਿੱਤਾਂ ਦੀ ਅਣਦੇਖੀ ਕੀਤੀ ਗਈ ਹੈ। ਅਰਬ ਮੁਲਕਾਂ ਅਤੇ ਫਲਸਤੀਨੀਆਂ ਦੇ ਵਿਰੋਧ ਦੇ ਬਾਵਜੂਦ ਮਈ 1948 ਵਿੱਚ ਇਜ਼ਰਾਈਲ ਆਪਣੇ ਆਪ ਨੂੰ ਇੱਕ ਸੁਤੰਤਰ ਦੇਸ਼ ਐਲਾਨ ਕਰ ਦਿੰਦਾ ਹੈ। ਦੋਸਤੋ, ਹੁਣ ਤੱਕ ਦੀ ਕਹਾਣੀ ਦਾ ਸਾਰ ਅੰਸ਼ ਕੀ ਹੈ? ਪਹਿਲਾ ਨੁਕਤਾ ਕਿ ਫਲਸਤੀਨ ਤੇ ਇਜ਼ਰਾਈਲ ਝਗੜੇ ਦੀਆਂ ਜੜ੍ਹਾਂ ਸਦੀਆਂ ਪੁਰਾਣੇ ਧਾਰਮਿਕ ਇਤਿਹਾਸਿਕ ਕਨਫਲਿਕਟ 'ਚ ਪਈਆਂ ਹੋਈਆਂ ਹਨ। ਦੂਸਰਾ ਕਿ ਫਲਸਤੀਨ ਦੀ ਸਥਾਪਨਾ 'ਚ ਯੂਰਪ 'ਚ ਫੈਲੇ ਐਂਟੀਸੈਮਿਟਿਜ਼ਮ ਤੇ ਉਸ ਵਕਤ ਦੀਆਂ ਬਸਤੀਵਾਦੀ ਤਾਕਤਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ। ਤੀਸਰਾ ਕਿ ਯੂਰਪ 'ਚ ਪੈਦਾ ਹੋਏ ਨੈਸ਼ਨਲਿਜ਼ਮ ਅਤੇ ਯਹੂਦੀਆਂ ਨਾਲ ਬੇਗਾਨੇਪਨ ਅਤੇ ਯਹੂਦੀ ਕਤਲੇਆਮ ਨੇ ਯਹੂਦੀਆਂ ਅੰਦਰ ਇੱਕ ਤਿੱਖੇ ਰਾਸ਼ਟਰਵਾਦ ਦੀ ਭਾਵਨਾ ਨੂੰ ਜਨਮ ਦਿੱਤਾ ਅਤੇ ਯੂਰਪੀਅਨ ਤਾਕਤਾਂ ਦੀ ਜੀਓਪੋਲਿਟਿਕਸ ਨੇ ਇਸ ਭਾਵਨਾ ਨੂੰ ਇੱਕ ਮਸਨੂਈ ਜਾਂ ਆਰਟੀਫੀਸ਼ੀਅਲ ਹੱਲ ਵੱਲ ਤੋਰ ਦਿੱਤਾ। ਇਹ ਸਮੱਸਿਆ ਮੁੱਢਲੇ ਸਰੂਪ 'ਚ ਆਰਥਿਕ, ਐਥਨਿਕ ਅਤੇ ਪ੍ਰਵਾਸ ਨਾਲ ਸੰਬੰਧਿਤ ਸੀ, ਜੋ ਕਿ ਵਕਤ ਦੇ ਵਹਾਅ ਨਾਲ ਸਿਰਫ ਤੇ ਸਿਰਫ ਦੋ ਮਜ਼ਹਬਾਂ ਦੇ ਟਕਰਾਅ ਤੱਕ ਸੀਮਿਤ ਹੋ ਕੇ ਰਹਿ ਗਈ। ਦੋਸਤੋ, ਇਹ ਸੀ ਫਲਸਤੀਨ ਤੇ ਇਜ਼ਰਾਈਲ ਟਕਰਾਅ 'ਚ ਇਜ਼ਰਾਈਲ ਦੇ ਇੱਕ ਮੁਲਕ ਵਜੋਂ ਸਥਾਪਿਤ ਹੋਣ ਤੱਕ ਦਾ ਇਤਿਹਾਸ। ਬਾਕੀ ਦੀ ਗੱਲ ਆਪਾਂ ਅਗਲੇ ਐਪੀਸੋਡ 'ਚ ਕਰਾਂਗੇ। ਸਾਰੰਸ਼ ਦਾ ਇਹ ਐਪੀਸੋਡ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹਾਂ, ਸਾਡੀ ਇੱਕ ਯੂਜੂਅਲ ਗੁਜ਼ਾਰਿਸ਼ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਬਹੁਤ ਬਹੁਤ ਧੰਨਵਾਦ। ਜੀਂਦੇ ਵਸਦੇ ਰਹੋ।